ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰ ਬਿਨ ਮੁਕਤ ਨਾ ਪਾਵੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਪਰਮ ਵਡਭਾਗੇ ਹੋ। ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿੱਠੇ ਸਭ ਦੁੱਖ ਜਾਏ, ਐਸੇ ਮਹਾਨ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਦਰਸ਼ਨ ਪਰਸਦਿਆਂ ਹੋਇਆਂ ਜੁਗੋ ਜੁਗ ਅਟਾਲ ਸ਼ਬਦ ਗੁਰੂ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸੋ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਧੁਰ ਕੇ ਅਕਾਲੀ ਬਾਣੀ ਦੇ ਮਨੋਹਰ ਕੀਰਤਨ ਦਾ ਆਨੰਦ ਮਾਣ ਰਹੀ ਸੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੋ ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਲੜੀਵਾਰ ਗੁਰ ਸ਼ਬਦ ਵਿਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਚਾਰੀ ਹੋਈ ਪਵਿੱਤਰ ਬਾਣੀ 12 ਮਾਹਾਂ ਦਾ ਅਖੀਰਲਾ ਅੰਕ, ਅਖੀਰਲੀ ਪੌੜੀ। ਆਪ ਜੀ ਨੇ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਪਾਸੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਨਾਲ ਤੁਰਕੀ ਅਕਾਲੀ ਬਾਣੀ ਦੇ ਇਸ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ, ਉਹਨਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੇ ਜੀਵਨ ਦਾ ਆਧਾਰ ਬਾਣੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਬਾਣੀ ਨੇ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਕਰਨਾ ਹੈ। ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੈ ਕਿ ਜਦੋਂ ਬਾਣੀ ਸਾਡੇ ਜੀਵਨ ਦੇ ਵਿੱਚੋਂ ਵਿਸਰ ਜਾਂਦੀ ਹੈ, ਅਸੀਂ ਬਾਣੀ ਨੂੰ ਭੁੱਲ ਬੈਠਦੇ ਹਾਂ, ਵਿਸਾਰ ਦਿੰਦੇ ਹਾਂ, ਤਾਂ ਉਦੋਂ ਸਾਡਾ ਜੀਵਨ ਕਲਪਦਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੈਕਾਰ। ਜੈ ਤਨ ਬਾਣੀ ਵਿਸਰ ਜਾਏ,
ਜੋ ਪੱਕਾ ਰੋਗੀ ਵਿਲ ਲਾਏ। ਹੁਣ ਇਹ ਬਾਣੀ ਜੀਵਨ ਦਾ ਆਧਾਰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਅਪਾਰ ਬਖਸ਼ਿਸ਼ ਰਹਿਮਤ ਕੀਤੀ। ਬੇਅੰਤ ਬਾਣੀ ਦਾ ਖਜ਼ਾਨਾ ਉਹਨਾਂ ਨੇ ਆਪਣੇ ਸਮੇਂ ਤੇ ਹੀ ਸਾਂਭ ਲਿਆ। ਭਾਵ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਜੋ ਪਾਵਨ ਗੁਰਤਾ ਗੱਦੀ ਹੈ ਉਹ 1708 ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਬਚਨ ਕੀਤਾ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤਕਰੀਬਨ 107 ਸਾਲ ਪਹਿਲਾਂ ਇਸ ਮਹਾਨ ਬਾਣੀ ਦੀ ਸੰਭਾਲ ਕੀਤੀ। ਭਾਵ ਕਿ ਬੇਅੰਤ ਮਹਾਂਪੁਰਖਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਭੱਟਾਂ ਦੀ ਬਾਣੀ। ਕਿਉਂਕਿ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰ ਲਿਆ ਸੀ ਕਿ ਸਿੱਖ ਦੇ ਜੀਵਨ ਦਾ ਆਧਾਰ ਬਾਣੀ ਹੈ ਤੇ ਬਾਣੀ ਦੇ ਵਿੱਚ ਅਨੇਕਾਂ ਗੁਰੂ ਕੇ ਵਿਰੋਧੀ ਮਿਲਾਵਟ ਕਰਨ ਦੀ ਯਤਨ ਕਰ ਰਹੇ ਹੈ, ਰਲਾ ਪਾਉਣ ਦਾ ਯਤਨ ਕਰ ਰਹੇ ਹੈ। ਜਿਵੇਂ ਕਿ ਇਸ਼ਾਰਾ ਤੀਸਰੇ ਪਾਤਸ਼ਾਹ ਮਹਾਰਾਜ ਨੇ ਦੇ ਦਿੱਤਾ ਸੀ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਤੁਰਕੀ ਅਕਾਲੀ ਬਾਣੀ ਦੀ ਸੰਪਾਦਨਾ ਕੀਤੀ, ਸਾਰੀ ਬਾਣੀ ਨੂੰ ਪੋਥੀਆਂ ਦੇ ਵਿੱਚੋਂ, ਗੁਟਕਿਆਂ ਦੇ ਵਿੱਚੋਂ ਇਕੱਤਰ ਕਰਕੇ ਇੱਕ ਮਹਾਨ ਗ੍ਰੰਥ ਵਿੱਚ ਰਚਨਾ ਕੀਤੀ, ਉਤਾਰਾ ਕੀਤਾ। ਇਹ ਕੋਈ ਛੋਟਾ ਕਾਰਜ ਨਹੀਂ। ਬੇਸ਼ੱਕ ਸਾਰੀ ਬਾਣੀ ਸਤਿਗੁਰਾਂ ਦੇ ਪਾਸ ਮੌਜੂਦ ਸੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਕੁਝ ਹੋਰ ਗੁਰਸਿੱਖਾਂ ਦੇ ਨੇ ਇਸ ਬਾਣੀ ਨੂੰ ਇੱਕ ਮਹਾਨ ਗ੍ਰੰਥ ਵਿੱਚ ਲਿਖ ਦੇਣਾ ਸੀ, ਪਰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੀ ਮਹਾਨਤਾ ਨੂੰ ਜਾਣਦਿਆਂ ਪੂਰੇ 3 ਸਾਲ ਲੱਗੇ ਹੈ। 1601 ਵਿੱਚ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਲਿਖਾਉਣੀ ਆਰੰਭ ਕੀਤੀ ਤੇ 1604 ਦੇ ਵਿੱਚ ਸੰਪੂਰਨਤਾ ਹੋਈ ਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਸ਼ਬਦ, ਇੱਕ ਇੱਕ ਬੰਦ ਵਿਚਾਰੇ ਹੈ। ਅਤੇ ਉਦੋਂ ਵੀ ਅਨੇਕਾਂ ਆਪਣੇ ਆਪ ਨੂੰ ਭਗਤ ਅਖਾਉਣ ਵਾਲੇ, ਆਪਣੇ ਆਪ ਨੂੰ ਰੱਬ ਦੇ ਨਾਲ ਜੁੜੇ ਅਖਾਉਣ ਵਾਲੇ, ਉਹ ਵੀ ਆਪਣੀਆਂ ਰਚਨਾਵਾਂ ਲੈ ਕੇ ਆਏ ਸੀ। ਪਰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੀ ਸ਼ਾਮਲ ਕੀਤੀ ਜਿਹੜੀ ਬਾਣੀ ਦਾ ਆਸ਼ਾ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਸਿਧਾਂਤ ਦੇ ਨਾਲ ਮੇਲ ਖਾਂਦਾ ਸੀ। ਅਤੇ ਜਿੱਥੇ ਜਿੱਥੇ ਭਗਤਾਂ ਦੀ ਬਾਣੀ ਜਾਂ ਜਿਹੜੀ ਬਾਣੀ ਕਠਿਨ ਲੱਗਦੀ ਸੀ ਕਿ ਸਮਝ ਆਉਣ ਵਾਲੀ ਨਹੀਂ ਹੈ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਨਾਲ ਕੋਈ ਨਾ ਕੋਈ ਹੋਰ ਸ਼ਲੋਕ ਨਾਲ ਲਿਖ ਕੇ ਉਸ ਪਵਿੱਤਰ ਬਾਣੀ ਦੇ ਪਹਿਲੇ ਸ਼ਬਦ ਨੂੰ, ਪਹਿਲੇ ਸ਼ਲੋਕ ਨੂੰ ਬਿਲਕੁਲ ਸੰਗਤਾਂ ਦੇ ਸਾਹਮਣੇ ਪ੍ਰਗਟ ਕਰ ਕਰਕੇ ਰੱਖ ਦਿੱਤਾ। ਸੋ ਜਿੰਨੀ ਲੋੜ ਹੈ ਬਾਣੀ ਨੂੰ ਸੰਭਾਲਣ ਦੀ, ਬਾਣੀ ਦਾ ਸਨਮਾਨ ਸਤਿਕਾਰ ਕਰਨ ਦੀ, ਇਹ ਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ।
ਜਿਵੇਂ ਮੱਛੀ ਦੇ ਜੀਵਨ ਦਾ ਆਧਾਰ ਪਾਣੀ ਹੈ, ਮੱਛੀ ਤੋਂ ਬਿਨਾਂ ਪਾਣੀ ਤੋਂ ਬਿਨਾਂ ਮੱਛੀ ਜੀਵਤ ਨਹੀਂ ਰਹਿ ਸਕਦੀ, ਤੇ ਸਿੱਖ ਵੀ ਬਾਣੀ ਤੋਂ ਬਿਨਾਂ ਕਿਸ ਤਰ੍ਹਾਂ ਜੀਵਤ ਰਹਿ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ, ਰਹਿਮਤ ਕੀਤੀ। ਬੜਾ ਵੱਡਾ ਇਹ ਧੁਰਕੀ ਅਕਾਲੀ ਬਾਣੀ ਦਾ ਮਹਾਨ ਖਜ਼ਾਨਾ, ਨਹੀਂ ਤਾਂ ਧੁਰਕੀ ਅਕਾਲੀ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਡੇ ਜੀਵਨ ਦੇ ਪਾਰ ਉਤਾਰੇ ਦੀ ਸਮਰੱਥਾ ਰੱਖਦਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਤੇ ਪ੍ਰਾਤਨ ਗੁਰਸਿੱਖਾਂ ਦੇ ਜੀਵਨ ਵੱਲ ਦੇਖੀਏ ਤਾਂ ਅਨੇਕਾਂ ਘਟਨਾਵਾਂ ਮਿਲਦੀਆਂ ਕਿ ਉਹਨਾਂ ਨੇ ਇੱਕ ਇੱਕ ਸ਼ਬਦ ਸੁਣਿਆ ਤੇ ਉਹਨਾਂ ਦੇ ਜੀਵਨ ਦਾ ਪਾਰ ਉਤਾਰਾ ਹੋ ਗਿਆ। ਤਲੰਬੇ ਦੀ ਧਰਤੀ ਤੇ ਰਹਿਣ ਵਾਲਾ ਸੱਜਣ ਠੱਗ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੋਹੀ ਰਾਗ ਦਾ ਇੱਕੋ ਸ਼ਬਦ ਸੁਣਿਆ ਸੀ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵੈ ਤਿਸ। ਤਾਂ ਉਹ ਸੱਜਣ ਠੱਗ ਉਸ ਨੂੰ ਆਪਣੇ ਜਿਹੜੇ ਅੰਦਰ ਦੇ ਔਗਣ ਸੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਬਿਲਕੁਲ ਬਾਹਰ ਕੱਢ ਕੇ ਰੱਖ ਦਿੱਤੇ, ਤੇ ਉਹਨੇ ਔਗਣਾਂ ਦਾ ਤਿਆਗ ਕਰਕੇ ਸਤਿਗੁਰਾਂ ਦੇ ਸਾਹਮਣੇ ਸੀਸ ਝੁਕਾ ਦਿੱਤਾ। ਹੁਣ ਦੂਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਉਹਨਾਂ ਨੇ ਭਾਈ ਜੋਧ ਜੀ ਪਾਸੋਂ ਬਾਣੀ ਸੁਣੀ, ਅਤੇ ਫਿਰ ਉਹ ਦੂਸਰੇ ਦਰ ਛੱਡ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਗਈ। ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਬੀਬੀ ਅਮਰੋ ਜੀ ਪਾਸੋਂ ਬਾਣੀ ਸੁਣੀ, ਤਾਂ ਇੱਕ ਦੋ ਸ਼ਬਦ ਸੁਣਨ ਤੋਂ ਬਾਅਦ ਹੀ ਉਹ ਸਤਿਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਗਏ। ਭਾਵ ਕਿ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਡੇ ਜੀਵਨ ਦੇ ਪਾਰ ਉਤਾਰੇ ਦੀ ਸਮਰੱਥਾ ਰੱਖਦਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਬਾਣੀ, ਅੱਜ ਦੇ ਹਿਸਾਬ ਦੇ ਨਾਲ 1430 ਅੰਗ, ਬੜਾ ਵੱਡਾ ਖਜ਼ਾਨਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤਾ ਹੈ। ਅਤੇ ਇਹਦੇ ਵਿੱਚ ਅਨੇਕਾਂ ਤਸ਼ਬੀਹਾਂ, ਅਨੇਕਾਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਗਿਆ ਕਿ ਪਤਾ ਨਹੀਂ ਕਿਹੜੀ ਤਸ਼ਬੀਹ, ਕਿਹੜੀ ਉਦਾਹਰਨ, ਕਿਹੜਾ ਸ਼ਬਦ ਕਿਹੜੇ ਵੇਲੇ ਸਾਡੇ ਮਨ ਤੇ ਅਸਰ ਕਰ ਜਾਵੇ, ਕਿਉਂਕਿ ਗਿਆਨ ਦੇ ਨਾਲ ਇਸ ਮਨ ਨੇ ਸਮਝਣਾ ਹੈ। ਜਿੰਨੀ ਦੇਰ ਤੱਕ ਮਨ ਨੂੰ ਗਿਆਨ ਨਹੀਂ ਆਉਂਦਾ, ਜਿਵੇਂ ਤੁਰਕੀ ਅਕਾਲੀ ਬਾਣੀ ਵਿੱਚ ਬਚਨ ਆਉਂਦਾ ਹੈ, ਤੁਰਕ ਤਰੀਕਤ ਜਾਣੀਐ ਹਿੰਦੂ ਵੇਦ ਪੁਰਾਣ, ਮਨ ਸਮਝਾਵਣ ਕਾਰਨੇ ਕਛੁਕ ਪੜੀਐ ਵਿਗਿਆਨ। ਕਿ ਜੇ ਮੁਸਲਮਾਨ ਉਹ ਸ਼ਰੀਅਤ ਵਿੱਚ ਉਲਝਿਆ ਰਹੇਗਾ, ਉਸ ਤੋਂ ਅੱਗੇ ਨਾ ਲੰਘੇਗਾ, ਤਰੀਕ ਤੱਕ ਨਹੀਂ ਆਏਗਾ, ਤਾਂ ਉਹਦੀ ਜੋ ਹਕੀਕਤ ਤੱਕ ਦੀ ਮੰਜ਼ਿਲ ਹੈ ਉਹ ਉੱਥੇ ਕਿਵੇਂ ਪਹੁੰਚੇਗਾ। ਅਤੇ ਜੇ ਹਿੰਦੂ ਵੀਰ ਆਪਣੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਨਾ ਕਰਨਗੇ ਤਾਂ ਉਹਨਾਂ ਨੂੰ ਆਪਣੇ ਧਰਮ ਦੀ ਸੋਝੀ ਕਿਵੇਂ ਆਏਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਰਹਿਮਤ ਕੀਤੀ ਕਿ ਜੋ ਗਿਆਨ ਦਾ ਖਜ਼ਾਨਾ ਹੈ ਨਾ, ਗਿਆਨ ਦਾ ਖਜ਼ਾਨਾ ਜੋ ਮਨ ਵਿੱਚ ਵਸਦਾ ਹੈ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਬਚਨ ਕੀਤਾ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਸੋ ਵਿਚਾਰਾਂ ਨੂੰ ਨੇੜੇ ਲੈ ਕੇ ਆਈਏ। ਆਪ ਜੀ ਪਿਛਲੇ ਦਿਨਾਂ ਤੋਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਉਚਾਰੀ ਹੋਈ ਬਾਣੀ 12 ਮਾਹਾਂ, ਉਹਦਾ ਆਪ ਪਿਛਲੇ ਦਿਨਾਂ ਤੋਂ ਵਿਆਖਿਆ ਭਾਵ ਸਰਵਣ ਕਰ ਰਹੀ ਸੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 2 12 ਮਾਹ ਹੈ। ਇੱਕ 12 ਮਾਹ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ, ਅਤੇ ਦੂਸਰਾ 12 ਮਾਹ ਮਾਝ ਰਾਗ ਦੇ ਵਿੱਚ ਜੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ। ਭਾਵੇਂ ਕਿ ਦੋਨੋਂ 12 ਮਾਹ ਬਿਲਕੁਲ ਭਾਵ ਮਿਲਦਾ ਜੁਲਦਾ। ਜੇ ਉਧਰ ਸਾਵਣ ਸਰਸੀ ਕਾਮਣੀ ਤਾਂ ਸਾਵਣ ਸਰਸ ਮਣਾ, ਭਾਦੋਏ ਭਰਮ ਭੁੱਲੀ ਭਾਦੋਏ ਭਰਮ ਭੁਲਾਣੀਆਂ, ਭਾਵ ਕਿ ਮਿਲਦਾ ਜੁਲਦਾ ਹੈ। ਭਾਵ ਅੰਤਰੀ ਭਾਵ ਤੇ ਤਕਰੀਬਨ ਅੱਖਰੀ ਭਾਵ ਵੀ ਦੋਨਾਂ ਜੋ 12 ਮਾਹ ਦੇ ਹੈ ਮਿਲਦੇ ਜੁਲਦੇ ਹੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਰਹਿਮਤ ਕੀਤੀ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਸਲ ਵਿੱਚ 12 ਮਾਹਾਂ, ਭਾਵੇਂ ਕਿ ਪੁਰਾਤਨ ਕਾਵੇ ਦਾ ਇੱਕ ਰੂਪ ਸੀ। ਪੁਰਾਤਨ ਸਮੇਂ ਇਹ ਕਾਵੇ ਦੇ ਵਿੱਚ ਵੱਖਰੇ ਵੱਖਰੇ ਜਿਵੇਂ ਚੌਪੀਆਂ ਹੈ, ਦੋਹਰੇ ਹੈ, 12 ਮਾਹਾਂ ਹੈ, ਥਿੱਤੀਆਂ ਹੈ, ਸੋ ਅਨੇਕਾਂ ਤਰੀਕਿਆਂ ਦੇ ਨਾਲ ਇਹ ਰਚਨਾ ਕੀਤੀ ਜਾਂਦੀ ਸੀ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਤਸਬੀਹਾਂ ਉਦਾਹਰਨਾਂ ਦੇ ਕੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਕੱਲੀਆਂ ਉਦਾਹਰਨਾਂ ਮਹੀਨਿਆਂ ਦੀਆਂ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਹਰ ਸਮੇਂ ਦੀ ਉਦਾਹਰਨ ਦਿੱਤੀ ਹੈ, ਘੜੀਆਂ ਦੀ, ਪਹਿਰਾਂ ਦੀ, ਦਿਨਾਂ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਿਥੀਆਂ ਦੀ, ਤਰੀਕਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਸੋਮਵਾਰ ਸਸ ਅੰਮ੍ਰਿਤ ਝਰੈ, ਮੰਗਲਵਾਰ ਲੈ ਮਹੀਤ, ਬੁੱਧਵਾਰ ਬੁੱਧ ਕਰੈ ਪ੍ਰਗਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਰੋਜ਼ਾਨਾ ਹੀ ਸਮਝਾ ਰਹੇ ਹੈ। ਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦੀ ਬਾਣੀ, ਜੋ ਮੂਲ ਰੂਪ ਦੇ ਵਿੱਚ ਸਿੱਖ ਦੇ, ਸੇਵਕ ਦੇ, ਜਿਗਿਆਸੂ ਦੇ ਜੋ ਜੀਵਨ ਦਾ ਆਧਾਰ ਹੈ, ਜੀਵਨ ਦਾ ਜੋ ਮਨੋਰਥ ਹੈ ਨਾ, ਤੇ ਜੀਵਨ ਦੇ ਮਨੋਰਥ ਨੂੰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੜੇ ਹੀ ਪਿਆਰ ਦੇ ਨਾਲ, ਬੜੇ ਵਿਸਥਾਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤਾ, ਸਾਨੂੰ ਚੇਤਾ ਕਰਾਇਆ ਕਿ ਇਹ ਇਨਸਾਨ, ਇਹ ਭਾਈ ਬੰਦਿਆ, ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ ਅਤੇ ਉਸੇ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਤੂੰ ਮਿਲਣਾ ਹੈ ਅਤੇ ਤੇਰਾ ਜੀਵਨ ਬੀਤਦਾ ਜਾ ਰਿਹਾ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਵਿਛੋੜੇ ਤੋਂ ਬਿਨਾਂ, ਉਸ ਪ੍ਰਭੂ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਤੇਰੇ ਜੀਵਨ ਦੇ ਵਿੱਚ ਭਟਕਣਾ ਹੀ ਭਟਕਣਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਨ ਜਿਨ ਨਾਮ ਤੇ ਆਇਆ ਤੇ ਆਪਾਂ ਆਉਣਾ ਹੈ। ਆਰੰਭਤਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ਼ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ, ਧੇਂਦੂ ਦੈ ਤੇ ਬਾਹਰੀ। ਸਤਿਗੁਰੂ ਜੀ ਉਦਾਹਰਨ ਦੇ ਰਹੇ ਹੈ ਕਿ ਨਾਮ ਤੋਂ ਬਿਨਾਂ ਸਾਡੇ ਜੀਵਨ ਦਾ ਪਾਰ ਉਤਾਰਾ ਕਿਵੇਂ। ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹਾਂ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਚਾਹੀਦੀ ਹੈ। ਜਿੰਨਾ ਸਾਡਾ ਜੀਵਨ ਪਵਿੱਤਰ ਹੋਏਗਾ, ਉਨਾ ਹੀ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨੇੜੇ ਹੋਵਾਂਗੇ। ਜਿੰਨੀ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ, ਕਿਉਂਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਆਪ ਪਵਿੱਤਰ ਹੈ, ਅੱਲਾ ਪਾਕੰ ਪਾਕ ਹੈ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਅਤ ਪਵਿੱਤਰ ਹੈ। ਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਸ਼ਾਰਾ ਦਿੱਤਾ ਹੈ ਜਪਜੀ ਸਾਹਿਬ ਦੀ ਬਾਣੀ ਦੇ ਅਖੀਰ ਤੇ ਸ਼ਲੋਕ ਦੇ ਵਿੱਚ ਕਿ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕਿ ਅਸੀਂ ਆਪਣੀ ਕਰਨੀ ਦੇ ਮੁਤਾਬਕ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਨੇੜੇ ਜਾਂ ਦੂਰ ਆ। ਭਾਵ ਕਿ ਜਿਵੇਂ ਜਿਵੇਂ ਸਾਡੀ ਕਰਨੀ ਚੰਗੀ ਹੁੰਦੀ ਜਾਂਦੀ ਹੈ, ਜਿਵੇਂ ਜਿਵੇਂ ਸਾਡਾ ਇਹ ਮਨ ਪਵਿੱਤਰ ਹੁੰਦਾ ਜਾਂਦਾ ਹੈ, ਜਿਵੇਂ ਜਿਵੇਂ ਸਾਡੀ ਇਹ ਆਤਮਾ ਨਿਰਮਲ ਹੁੰਦੀ ਜਾਂਦੀ ਹੈ, ਅਸੀਂ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨੇੜੇ ਜਾਂਦੇ ਹਾਂ। ਜਿਵੇਂ ਜਿਵੇਂ ਆਤਮਾ ਦੇ ਵਿੱਚ ਮਲੀਨਤਾ, ਜਿਵੇਂ ਜਿਵੇਂ ਇਹ ਮਨ ਮੈਲਾ ਹੁੰਦਾ ਜਾਂਦਾ ਹੈ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ। ਸੋ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਹੈ। ਸਤਿਗੁਰੂ ਸਮਝਾ ਰਹੇ ਹੈ ਕਿ ਇਹ ਭਾਈ, ਨਾਮ ਤੋਂ ਬਿਨਾਂ ਸਾਡਾ ਜੀਵਨ ਕਿਹੜੇ ਅਰਥ, ਕਿ ਜਿਸ ਤਰ੍ਹਾਂ ਜੇ ਗਊ ਦੁੱਧ ਨਾ ਦੇਵੇ ਤਾਂ ਫਿਰ ਉਹ ਗਊ ਕਿਹੜੇ ਕੰਮ, ਉਸ ਦੀ ਸਾਂਭ ਸੰਭਾਲ ਨਹੀਂ ਹੁੰਦੀ। ਅਤੇ ਜਿਵੇਂ ਗਊ ਦੀ ਬੇਕਦਰੀ ਹੁੰਦੀ ਹੈ ਦੁੱਧ ਤੋਂ ਬਿਨਾਂ, ਅਤੇ ਪਾਣੀ ਤੋਂ ਬਿਨਾਂ, ਵਰਖਾ ਤੋਂ ਬਿਨਾਂ ਖੇਤੀ ਕਿਹੜੇ ਕਾਰਜ, ਭਾਵ ਖੇਤੀ ਤੋਂ ਲਾਹਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਉਦਾਹਰਨਾਂ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਹਰ ਨਾਹ ਨਾ ਮਿਲੀਐ ਸਾਜਨਾ ਹੈ, ਕਤ ਪਾਈਐ ਵਿਸ਼ਰਾਮ। ਸਾਡੇ ਜੀਵਨ ਦੇ ਵਿੱਚ ਸਹਿਜ ਕਿਵੇਂ ਆਵੇ, ਟਿਕਾਓ ਸਾਡੇ ਜੀਵਨ ਦੇ ਵਿੱਚ ਕਿਵੇਂ ਆਵੇ। ਸਾਡੇ ਜੀਵਨ ਦੇ ਵਿੱਚ ਜੇ ਆਨੰਦ ਆਉਣਾ ਹੈ ਤਾਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹ ਦੀ ਰਮਤਾ ਦੇ ਵਿੱਚ ਜਿੱਥੇ ਸਾਨੂੰ ਸਮਝਾਇਆ ਹੈ ਕਿ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹਾਂ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ। ਮਨੁੱਖਾ ਜਨਮ ਦਾ ਇਹੋ ਮਨੋਰਥ ਹੈ। ਤੇ ਜਿਵੇਂ ਜਿਵੇਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ, ਸਾਡੇ ਜੀਵਨ ਦੇ ਵਿੱਚ ਆਨੰਦ ਆਉਣਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਚੇਤ ਦਾ ਮਹੀਨਾ 12 ਮਾਹ ਦੇ ਵਿੱਚ ਪਹਿਲਾ ਅੰਕ ਹੈ,
पहला जो महीना है सतगुरु पातशाह महाराज जी ने आनंद की गल की है कि चेत गोविंद आराध्य होवै आनंद घना। ते सतगुरु पातशाह महाराज जी ने अगे फिर अखीर ते फगन दे विच जाके भी आनंद की गल की है। फलगुण आनंद अपार जना हर सज्जन प्रगटे आए। भाव के पूरा साल 12 महीनों का वेरवा सतगुरु पातशाह महाराज ने दे के आनंद तो गल शुरू की है कि जीवन दे विच आनंद उस वाहिगुरु प्रभु परमात्मा दे नाम दे नाल आउणा है। उस वाहिगुरु प्रभु परमात्मा दा नाम जिवें जिवें साडे मन विच वसदा जांदा है अते मन पवित्र होंदा जांदा है अते मन दे विच सतगुरु पातशाह महाराज जी ने तकरीबन अनेकां उदाहरणां दे के 12 माह दे विच विछोड़े का एहसास सानूं दस दिता। सतगुरु पातशाह महाराज जी ने प्रेम की गल सतगुरु पातशाह महाराज जी ने कर दी है। विकारां की गल 12 माह दे विच सतगुरु पातशाह महाराज जी ने कर दी है। ते सतगुरु पातशाह महाराज जी ने प्यार वाली गल सतगुरु पातशाह महाराज जी ने कर दी है। दुविधा वाली गल सतगुरु पातशाह महाराज जी ने कर दी है। भरम भुलेखियां वाली गल सतगुरु पातशाह महाराज जी ने 12 माह दे विच कर दी है कि यह मनुख अपने जीवन दे विच भटकदा रहिंदा है। गर्मी की गल सतगुरु पातशाह महाराज जी ने कर दी है। सर्दी की गल सतगुरु पातशाह महाराज जी ने 12 माह दे विच सानूं कर दी है। भाव के समा किसी तरह का होवे, हालात किसी तरह के होण संसारक, पर मनुख ने गुरु का दर नहीं छड्डना, बाणी का ओट आसरा सिख ने नहीं छड्डना। हर समय भावें अत की गर्मी पै रही है ते भावें अत की सर्दी पै रही है ते भावें सुहावनी रुत है ते भावें जीवन दे विच खुशी है ते भावें जीवन दे विच गमी है। सिख ने हमेशा ही उस वाहिगुरु प्रभु परमात्मा दे नाल जुड़े रहना है। जिवें सतगुरु पातशाह महाराज ने साडे ते कृपा की है, भावें असीं खुशी का कारज होवे ते भावें कोई दुख का कारज होवे, असीं की करते हैं 12 माह माफ करना आनंद साहब की बाणी सतगुरु पातशाह महाराज ने सानूं दित्ती है कि अरदास आनंद साहब का पाठ करने तो बाद हुण आनंद साहब का पाठ जो आनंद वाला है, सुख दे वेले भी, दुख दे वेले भी, खुशी दे वेले भी, गमी दे वेले भी। सो कुल मिला के ये कहांगे कि हे भाई नाम तो बिना साडे जीवन का पार उतारा नहीं है। पर मनुख भुलिया होया है ते मनुख भुल के मनुख पैसे दे विचों, मनुख संसारी पदार्थां दे विचों, मनुख सुख ना ही बहुता तन खाटे कि जरूरी नहीं है कि तेरे कोले सुख आ जाएगा तो तू माफ करना, तेरे को जे धन आ जाएगा तो तू सुखी हो जाएगा। ये जरूरी नहीं है। सुख ना ही बहुता तन खाटे, बहुता धन, बहुता पैसा वो तेरे जीवन में सुख नहीं लिया सकता। ये जरूरी नहीं है कि सुखां दे साधन तू इकट्ठे कर लवें ते तेरे कोले सुख भी आ जावे। ये गल वखरी है कि पैसे तो बिना, संसारी दौलत तो बिना संसार विच विचरना औखा है। ते सतगुरु पातशाह महाराज ने सानूं समझा दिता है, समझाया सतगुरु पातशाह महाराज जी ने कि जिस ग्रह बहुत तिस ग्रह चिंता, जिस ग्रह थोड़ी सो फिरै प्रमंता, दोह व्यवस्था ते जो मुक्ता सोई सुहेला भाली है। ते सतगुरु पातशाह महाराज जी ने 12 माह की बाणी दे विच सानूं समझाया कि असीं भटकना दे विच, भुलेखे दे विच, सिर्फ माया दे पिछे, जिवें सतगुरु अर्जन अमरदास पातशाह महाराज जी ने बचन कीता है कि माया ममता मोहनी जिन विन दंता जा खाया, मनमुख खाधे गुरमुख उभरे जिन्हें सच नाम चित लाया। सतगुरु अमरदास पातशाह महाराज रहमत कर रहे हैं ना कि मनुख कच्चे धन दे विच, कच्चा धन ये संसारी धन इहदे पिछे ये मनुख अपने जीवन दे विच अनेकां दुखां नूं भरी जांदा है। पैसा कमाउण दी खातर अनेकां तरहां दे ये पाप करदा है, विकारां दे विच उलझिया होया अते उन्हां विकारां दी पूर्ति वास्ते ये अनेकां तरहां दे पाप करदा है। सतगुरु जी रहमत करदे है, पाप करैं पंचां के बसरे, तीर्थ नहाए कहें सब उतरे। अज सारे पासे पाप हो रहा है ना। हर मनुख भावें उसनूं कोई भी तरीका वरतना पवे, हर तरीके नाल मनुख की चाहुंदा है, वो पैसा चाहुंदा है, प्रभुता चाहुंदा है। ते सतगुरु तेग बहादुर पातशाह महाराज ने सानूं समझा दिता है
कि जोबन धन प्रभता कै मधम है अहनस रह दीवाना। कि मनुख की कमजोरी है ਜਾਂ ਮਨੁੱਖ ਦੀ ਇਹ ਬਹੁਤ ਵੱਡੀ ਚਾਹਤ ਰਹਿੰਦੀ ਹੈ। ਮਨੁੱਖ ਸ਼ਦਾਈ ਹੋਇਆ ਫਿਰਦਾ, ਦੀਵਾਨਾ ਹੋਇਆ ਫਿਰਦਾ ਮਨੁੱਖ। ਕਾਹਦੇ ਪਿੱਛੇ? ਜੋਬਨ ਧਨ ਪ੍ਰਭਤਾ ਕੈ ਮਦਮ ਹੈ। ਹੁਣ ਚੰਗੇ ਜੀਵਨ ਦੇ ਪਿੱਛੇ, ਚੰਗੇ ਸਰੀਰ ਦੇ ਪਿੱਛੇ, ਚਾਰ ਪੈਸਿਆਂ ਦੇ ਪਿੱਛੇ, ਆਪਣੀ ਪ੍ਰਭਤਾ ਦੇ ਪਿੱਛੇ, ਹੁਣ ਇਹ ਚੀਜ਼ਾਂ ਕਰਕੇ ਹੀ ਮਨੁੱਖ ਪਾਪ ਕਰਦਾ ਹੈ। ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਭਾਵੇਂ ਉਹਨੂੰ ਪ੍ਰਭਤਾ ਚਾਹੀਦੀ ਹੋਵੇ, ਉਹਨੂੰ ਰਾਜ ਚਾਹੀਦਾ ਹੋਵੇ, ਪਰ ਮਨੁੱਖ ਚਾਹੁੰਦਾ ਤਾਂ ਬਹੁਤ ਕੁਝ ਹੈ। ਮਨੁੱਖ ਆਪਣਾ ਹੱਕ ਚਾਹੁੰਦਾ ਹੈ। ਦੋ ਚੀਜ਼ਾਂ ਹੈ, ਇੱਕ ਹੱਕ ਹੋਇਆ ਕਰਦੇ ਹੈ, ਇੱਕ ਫਰਜ਼ ਹੋਇਆ ਕਰਦੇ ਹੈ। ਦੋ ਚੀਜ਼ਾਂ ਦਾ ਖਿਆਲ ਰੱਖਣਾ, ਇੱਕ ਹੱਕ ਹੈ ਤੇ ਇੱਕ ਫਰਜ਼ ਹੈ। ਹੁਣ ਅਸੀਂ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹਾਂ ਅਤੇ ਆਪਣਾ ਹੱਕ ਪ੍ਰਾਪਤ ਕਰਨ ਵਾਸਤੇ ਅਸੀਂ ਹਰ ਜਾਇਜ਼ ਨਜਾਇਜ਼ ਕੰਮ ਕਰਦੇ ਹਾਂ, ਪਰ ਫਰਜ਼ਾਂ ਦੇ ਪ੍ਰਤੀ ਅਸੀਂ ਅਵੇਸਲੇ ਹੋ ਜਾਂਦੇ ਹਾਂ। ਹੁਣ ਰਾਜਨੇਤਾ ਦਾ ਕੰਮ ਕੀ ਹੈ? ਉਹ ਪ੍ਰਭਤਾ ਚਾਹੁੰਦਾ ਹੈ। ਉਹ ਰਾਜਗੱਦੀ ਪ੍ਰਾਪਤ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਉਹ ਪਾਪ ਕਰਦਾ ਹੈ, ਪਰ ਉਹਦਾ ਅੱਗੇ ਫਰਜ਼ ਕੀ ਬਣ ਜਾਂਦਾ ਹੈ? ਜਿਵੇਂ ਇਹ ਪੁਰਾਣਾ ਮੁਹਾਵਰਾ ਹੈ ਕਿ ਤਪੋਂ ਰਾਜ ਤੇ ਰਾਜੋਂ ਨਰਕ। ਹੁਣ ਰਾਜ ਤੋਂ ਨਰਕ ਕਿਉਂ? ਕਿਉਂਕਿ ਮਨੁੱਖ ਨੇ ਅਨੇਕਾਂ ਤਰ੍ਹਾਂ ਦੇ ਪਾਪੜ ਵੇਲ ਕੇ ਜਾਂ ਤਪੱਸਿਆ ਕਰਕੇ ਕਿਸੇ ਤਰ੍ਹਾਂ ਉਹਨੇ ਰਾਜ ਪ੍ਰਾਪਤ ਕਰ ਲਿਆ ਹੈ, ਪਰ ਰਾਜ ਪ੍ਰਾਪਤ ਕਰਕੇ ਉਹਨੇ ਅਨੇਕਾਂ ਤਰ੍ਹਾਂ ਦੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਰਾਜਾ ਤਾਂ ਹੁੰਦਾ ਹੀ ਲੋਕਾਂ ਦੀ ਸੇਵਾ ਵਾਸਤੇ ਹੈ। ਸਤਿਗੁਰੂ ਜੀ ਰਹਿਮਤ ਕਰਦੇ ਆ ਪਾਵਨ ਗੁਰਬਾਣੀ ਦੇ ਵਿੱਚ, ਰਾਜੇ ਚੁੱਲੀ ਨਿਆਮ ਕੀ। ਰਾਜੇ ਤਾਂ ਨਿਆਮ ਦੀ ਚੁੱਲੀ ਹੈ, ਰਾਜਿਆਂ ਨੇ ਤਾਂ ਨਿਆਮ ਕਰਨਾ ਹੈ, ਹਾਕਮਾਂ ਨੇ ਨਿਆਮ ਕਰਨਾ ਹੈ, ਪਰ ਹੋ ਕੀ ਰਿਹਾ ਸੰਸਾਰ ਦੇ ਵਿੱਚ? ਇਸ ਤੋਂ ਉਲਟਾ ਹੋ ਰਿਹਾ ਹੈ। ਤੇ ਇਸੇ ਕਰਕੇ ਕਈ ਵਾਰ ਸਖਤ ਲਫ਼ਜ਼ ਵੀ ਗੁਰਬਾਣੀ ਦੇ ਵਿੱਚ ਵਰਤੇ ਗਏ ਹੈ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗਲਤ ਤਰ੍ਹਾਂ ਦੀ ਹਕੂਮਤ ਕਰਨ ਵਾਲਿਆਂ ਨੂੰ ਇਹ ਕਹਿ ਦਿੱਤਾ ਸੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਸੋ ਲੋੜ ਹੈ ਸਾਨੂੰ ਆਪਣਾ ਫਰਜ਼ ਪਛਾਣਨ ਦੀ ਕਿ ਅਸੀਂ ਆਪਣਾ ਫਰਜ਼ ਪਛਾਣੀਏ। ਅਸੀਂ ਸਿੱਖ ਹਾਂ ਤਾਂ ਸਿੱਖਾਂ ਵਾਲੇ ਕੰਮ ਕਰੀਏ। ਅਸੀਂ ਆਪਣਾ ਕੰਮ ਦੂਜੇ ਤੇ ਨਾ ਸੁੱਟੀਏ। ਅਸੀਂ ਸਾਰੇ ਆਪੋ ਆਪਣੀ ਡਿਊਟੀ ਕਰੀਏ, ਆਪੋ ਆਪਣਾ ਅਸੀਂ ਸਾਰੇ ਫਰਜ਼ ਨਿਭਾਈਏ ਹਰ ਮਨੁੱਖ ਨੂੰ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਘਟਨਾ ਹੁੰਦੀ ਹੈ। ਸਤਿਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਮਹਾਰਾਜ ਅਚਾਨਕ ਸਿੱਖਾਂ ਦੇ ਨਾਲ ਧਰਮਸ਼ਾਲਾ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਇਹ ਕਹਿ ਲਈ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸੁਸ਼ੋਭਿਤ ਹੁੰਦੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਲੰਘ ਰਹੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਧਿਆਨ ਦੀਵਾਰ ਵਾਲੇ ਪਾਸੇ ਪਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਜੋ ਹਜ਼ੂਰੀ ਸੇਵਕ ਸੀ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਗੁਰਮੁਖਾ, ਤੂੰ ਇਹਨਾਂ ਸਿੱਖਾਂ ਦਾ ਜਹੇਦਾਰ ਹੈ, ਤੂੰ ਇਹਨਾਂ ਦਾ ਮੁਖੀ ਹੈ। ਦੇਖ ਇਹ ਦੀਵਾਰ ਕਿੰਨੀ ਖਰਾਬ ਹੋਈ ਹੈ। ਪੁਰਾਣੀ ਦੀਵਾਰਾਂ ਕੱਚੀਆਂ ਹੁੰਦੀਆਂ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਗੁਰਮੁਖਾ, ਇਹ ਦੀਵਾਰ ਕਿੰਨੀ ਖਰਾਬ ਹੋਈ ਹੈ, ਇਹਦੇ ਤੇ ਮਿੱਟੀ ਡਿੱਗ ਰਹੀ ਹੈ। ਇਹ ਕਿਸੇ ਸਿੱਖ ਨੂੰ ਕਹੋ ਕਿ ਇਹਦੇ ਤੇ ਲੇਪਣ ਕਰ ਦੇਵੇ, ਇਹਦੇ ਤੇ ਪੋਚਾ ਲਾ ਦੇਵੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਨੂੰ ਕਿਹਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਸਿੱਖਾਂ ਦਾ ਮੁਖੀ ਸੀ, ਕੁਝ ਸਿੱਖਾਂ ਦਾ ਮੁਖੀ ਸੀ। ਅੱਜ ਦੇ ਸ਼ਬਦਾਵਲੀ ਦੇ ਵਿੱਚ ਆਪਾਂ ਜਹੇਦਾਰ ਕਹਿ ਲਵਾਂਗੇ ਕਿ ਉਹ ਇੱਕ ਜਹੇਦਾਰ ਸੀ, ਸਿੱਖਾਂ ਦਾ ਮੁਖੀ ਸੀ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਕੇ ਚਲੇ ਜਾਂਦੇ ਹੈ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੂਜੇ ਦਿਨ ਉੱਥੋਂ ਦੀ ਲੰਘਦੇ ਹੈ ਤਾਂ ਕੀ ਹੁੰਦਾ ਹੈ? ਉਹੀ ਜਹੇਦਾਰ ਉਸ ਕੰਧ ਤੇ ਲੇਪਣ ਕਰ ਰਿਹਾ ਹੁੰਦਾ। ਬਹੁਤ ਸਾਰੀ ਕੰਧ ਲਿਪ ਦਿੱਤੀ ਹੁੰਦੀ ਹੈ, ਸਾਫ਼ ਕਰ ਦਿੱਤੀ ਹੁੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਪਤਾ ਕੀ ਕਿਹਾ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਹੇਦਾਰ ਜੀ, ਹੇ ਭਾਈ ਗੁਰਮੁਖਾ, ਕੀ ਗੱਲ ਹੈ? ਤੂੰ ਇਹ ਸਾਰਾ ਕਾਰਜ ਆਪ ਕਰ ਰਹੇ ਹੈ। ਅਸੀਂ ਤਾਂ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਕਿਸੇ ਸਿੱਖ ਨੂੰ ਕਹਿ ਕੇ ਇਹ ਕਾਰਜ ਕਰਵਾ ਦੇਣਾ, ਦੀਵਾਰ ਨੂੰ ਸਾਫ਼ ਕਰਵਾ ਦੇਣਾ, ਇਹਦੇ ਤੇ ਮਿੱਟੀ ਦਾ ਪੋਚਾ ਫਰਵਾ ਦੇਣਾ। ਅਸੀਂ ਤੁਹਾਨੂੰ ਇਹ ਕਿਹਾ ਸੀ ਕਿਸੇ ਸਿੱਖ ਨੂੰ ਕਹਿ ਦੇਣਾ। ਹੁਣ ਉਸ ਜਹੇਦਾਰ ਦਾ ਜਵਾਬ ਕੀ ਸੀ? ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਵੀ
ਸਿੱਖ ਬਣਦੀ ਜਾਚ ਆ ਜਾਵੇ। ਇਹ ਸਤਿਗੁਰ ਪਾਤਸ਼ਾਹ ਮੈਨੂੰ ਵੀ ਸਿੱਖੀ ਦੇ ਦਿਓ। ਹੁਣ ਅਸੀਂ ਸਿੱਖੀ ਵਾਲੇ ਪਾਸੇ ਜ਼ਿਆਦਾ ਤੁਰਦੇ ਹਾਂ। ਕੱਲ ਪਰਸੋਂ ਮੈਂ ਇਹ ਕਥਾ ਸੁਣ ਰਿਹਾ ਸੀ ਮਹਾਂਪੁਰਖ ਰਾੜੇ ਵਾਲੇ ਬਾਬਿਆਂ ਦੀ। ਉਹ ਕਹਿ ਰਹੇ ਸੀ ਉਹਨਾਂ ਕੋਲ ਕੋਈ ਮਾਈ ਗਈ, ਪੁੱਛਣ ਲੱਗੀ ਕਿ ਬਾਬਾ ਜੀ ਗੁਰੂ ਵੱਡਾ ਹੁੰਦਾ ਹੈ ਕਿ ਚੇਲਾ ਵੱਡਾ ਹੁੰਦਾ ਹੈ? ਤੇ ਬਾਬਾ ਜੀ ਦੱਸ ਰਹੇ, ਕਹਿਣ ਲੱਗੇ ਵੀ ਵੱਡਾ ਤਾਂ ਗੁਰੂ ਹੀ ਹੁੰਦਾ ਹੈ। ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਫਿਰ ਮੇਰੇ ਬੇਟੇ ਨੂੰ ਤੁਸੀਂ ਚੇਲਾ ਰਹਿਣ ਦਿਓ, ਮੇਰੇ ਬੇਟੇ ਨੂੰ ਗੁਰੂ ਬਣਾ ਦਿਓ। ਭਾਵ ਕਿ ਸਾਡੀ ਮੰਗ ਜੋ ਸਾਡੀ ਹੈਸੀਅਤ ਨਹੀਂ ਹੈ, ਸਾਡੀ ਮੰਗ ਉਹ ਹੁੰਦੀ ਹੈ, ਅਸੀਂ ਵੱਧ ਆਪਣੀ ਹੈਸੀਅਤ ਮੰਗਦੇ ਹਾਂ। ਇਹ ਗੱਲ ਵੱਖਰੀ ਹੈ ਕਿ ਉਹ ਦਾਤਾਰ ਦੇਣ ਵਾਲਾ ਦਾਤਾ, ਅਸੀਂ ਉਸ ਦਾਤੇ ਤੋਂ ਜੋ ਮੰਗੀਏ ਉਹ ਦਾਤਾ ਸਾਨੂੰ ਦਿੰਦਾ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ, ਅਗੰਤ ਭਰੇ ਭੰਡਾਰ। ਉਹ ਦਾਤਾ ਸਾਡੀਆਂ ਸਾਰੀਆਂ ਕਾਮਨਾ ਪੂਰੀਆਂ ਕਰਦਾ ਹੈ, ਪਰ ਅਸੀਂ ਉਹ ਕਾਮਨਾ ਪੂਰੀਆਂ ਕਰਨ ਵਾਲੇ ਨੂੰ, ਭਾਵਨਾ ਪੂਰੀਆਂ ਕਰਨ ਵਾਲੇ ਵਾਹਿਗੁਰੂ ਨੂੰ, ਸੱਚੇ ਸਤਿਗੁਰੂ ਨੂੰ ਅਸੀਂ ਵਿਸਾਰ ਬੈਠਦੇ ਹਾਂ। ਹੁਣ ਤੀਸਰੇ ਸਤਿਗੁਰਾਂ ਦੇ ਸਮੇਂ ਹੀ ਹੁਣ ਇੱਕ ਸ਼ਾਹ ਆਇਆ, ਗੜ੍ਹ ਸ਼ੰਕਰ, ਸ਼ਾਇਦ ਗੁਰਦਾਸਪੁਰ ਦੇ ਇਲਾਕੇ 'ਚ। ਇੱਕ ਤਾਂ ਗੜ੍ਹ ਸ਼ੰਕਰ ਹੁਸ਼ਿਆਰਪੁਰ ਕੋਲੇ ਹੈ, ਇੱਕ ਪੁਰਾਣੇ ਸਮੇਂ ਦੇ ਵਿੱਚ ਇਹ ਕੋਈ ਨਗਰ ਸੀ। ਹੁਣ ਸ਼ਾਹ ਹੈ, ਕੰਗਾਲ ਹੋ ਗਿਆ ਹੈ, ਘਾਟਾ ਪੈ ਗਿਆ, ਪੈਸੇ ਦੇ ਲੈਣ ਦੇਣ ਵਿੱਚ ਘਾਟਾ ਪੈਂਦਾ ਰਹਿੰਦਾ ਹੈ। ਹੁਣ ਕੰਗਾਲ ਹੋਇਆ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਰ ਤੇ ਆ ਕੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਮੈਂ ਕੰਗਾਲ ਹੋ ਗਿਆ, ਲੋਕ ਮੈਨੂੰ ਗੰਗੂ ਸ਼ਾਹ ਕਹਿੰਦੇ ਹੈ, ਮੈਂ ਸ਼ਾਹ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਤੂੰ ਅੱਜ ਵੀ ਸਾਡਾ ਸ਼ਾਹ ਹੈ। ਜੋ ਤੂੰ ਦਰ ਤੇ ਆ ਗਿਆ ਤੈਨੂੰ ਅਸੀਂ ਸ਼ਾਹ ਹੀ ਬਣਾਵਾਂਗੇ। ਜਾ, ਚਲਾ ਜਾ, ਦਿੱਲੀ ਵਾਲੇ ਪਾਸੇ ਚਲਾ ਜਾ, ਉੱਥੇ ਜਾ ਕੇ ਤੂੰ ਆਪਣਾ ਕਾਰਜ ਆਰੰਭ ਕਰ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਤੂੰ ਜਾ ਕੇ ਗੁਰੂ ਨੂੰ ਭੁੱਲੀ ਨਾ, ਗੁਰੂ ਘਰ ਨੂੰ ਭੁੱਲੀ ਨਾ, ਅਤੇ ਗੁਰੂ ਘਰ ਵਿੱਚ, ਗੁਰੂ ਘਰ ਦਾ ਜੋ ਤੂੰ ਇਹ ਦਸਵੰਧ ਹੈ ਨਾ, ਗੁਰੂ ਘਰ ਦਾ ਖਾਤਾ ਤੂੰ ਆਪਣੇ ਵਹੀ ਖਾਤਿਆਂ ਵਿੱਚ ਰੱਖੀ। ਤੇ ਜਿਹੜਾ ਗੁਰੂ ਘਰ ਦਾ ਖਾਤਾ ਹੋਏਗਾ ਨਾ, ਉਹਦੀ ਉਹ ਜੋ ਮਾਇਆ ਹੋਏਗੀ ਉਹ ਲੋੜਵੰਦਾਂ ਵਿੱਚ, ਗਰੀਬਾਂ ਦੇ ਵਿੱਚ ਉਹ ਤੂੰ ਵੰਡਦੇ ਰਹਿਣਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਪਾ ਕੇ ਉਹ ਸਿੱਖ ਦਿੱਲੀ ਆਇਆ। ਹੁਣ ਦਿੱਲੀ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਉਹਨਾਂ ਸਮਿਆਂ ਦੇ ਵਿੱਚ ਹੁੰਡੀ ਦਾ ਰਿਵਾਜ ਸੀ, ਜਿਵੇਂ ਅੱਜ ਅਨੇਕਾਂ ਤਰ੍ਹਾਂ ਦੇ ਡਰਾਫਟ ਵਗੈਰਾ ਚੱਲਦੇ ਆ, ਹੋਰ ਚੈੱਕ ਵਗੈਰਾ ਚੱਲਦੇ ਆ। ਉਹਨਾਂ ਸਮਿਆਂ ਦੇ ਵਿੱਚ ਹੁੰਡੀ ਦਾ ਰਿਵਾਜ ਸੀ। ਹੁਣ ਇੱਕ ਹੁੰਡੀ ਆਈ ਹੈ, ਪਰ ਸਾਰੇ ਸ਼ਾਹੂਕਾਰ ਡਰ ਰਹੇ ਆ ਉਸ ਹੁੰਡੀ ਤਾਰਨ ਤੋਂ। ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਇਸ ਗੰਗੂ ਸ਼ਾਹ ਨੇ ਉਹ ਹੁੰਡੀ ਤਾਰ ਦਿੱਤੀ। ਹੁਣ ਉਹ ਵਿਦੇਸ਼ੀ ਹੁੰਡੀ ਸੀ। ਹੁਣ ਕੰਟਰੋਵਰਸੀ ਭਾਵ ਕਿ ਚਰਚਾ ਹੋ ਗਈ ਹੈ, ਸਾਰੇ ਪਾਸੇ ਬੱਲੇ ਬੱਲੇ ਹੋ ਗਈ ਹੈ ਕਿ ਇਸ ਗੰਗੂ ਸ਼ਾਹ ਨੇ ਇਹ ਵਿਦੇਸ਼ੀ ਹੁੰਡੀ ਤਾਰ ਦਿੱਤੀ। ਖੈਰ ਸਫਲਾ ਹੋਇਆ, ਕੰਮ ਇੰਨਾ ਜ਼ਿਆਦਾ ਵਧਿਆ ਕਿ ਦਿੱਲੀ ਦੇ ਸ਼ਾਹੂਕਾਰਾਂ ਦੇ ਵਿੱਚ ਉਹਦਾ ਨਾਮ ਆਇਆ। ਹੁਣ ਸਮਾਂ ਲੰਘਦਾ ਗਿਆ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ, ਸਤਿਗੁਰੂ ਪਾਤਸ਼ਾਹ ਗਰੀਬੜਾ ਜਿਹਾ ਸਿੱਖ ਆਇਆ, ਇਹ ਬੱਚੀ ਦਾ ਵਿਆਹ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਕੁਝ ਮਾਇਆ ਖਜ਼ਾਨੇ ਵਿੱਚੋਂ ਦੇ ਦੇਈਏ। ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਾ ਜੀ ਸਾਡੇ ਵੱਲੋਂ ਚਿੱਠੀ ਲਿਖੋ, ਇਹ ਸਿੱਖ ਜੇ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਆਸ-ਪਾਸ ਤੋਂ ਆਇਆ, ਤਾਂ ਸਾਡਾ ਸ਼ਾਹ ਰਹਿ ਰਿਹਾ ਗੰਗੂ ਸ਼ਾਹ, ਤੇ ਗੰਗੂ ਸ਼ਾਹ ਨੂੰ ਚਿੱਠੀ ਲਿਖੋ ਸਾਡੇ ਵੱਲੋਂ, ਉਹ ਆਪੇ ਬੱਚੀ ਦਾ ਵਿਆਹ ਕਰੇਗਾ, ਪੈਸਾ ਬਥੇਰਾ ਉਹਦੇ ਕੋਲੇ। ਹੁਣ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੱਲੋਂ ਗੰਗੂ ਸ਼ਾਹ ਨੂੰ ਚਿੱਠੀ ਲਿਖੀ ਹੈ। ਹੁਣ ਗੰਗੂ ਸ਼ਾਹ ਦੇ ਕੋਲ ਜਦੋਂ ਇਹ ਗਰੀਬੜਾ ਜਿਹਾ ਸਿੱਖ ਪਹੁੰਚਿਆ, ਪਹਿਲਾਂ ਤਾਂ ਉਹਦੇ ਮਨੀਮਾ ਨੇ, ਉਹਦੇ ਕਰਮਚਾਰੀਆਂ ਨੇ ਨੇੜੇ ਨਹੀਂ ਜਾਣ ਦਿੱਤਾ। ਜਦੋਂ ਉਹ ਗਰੀਬੜਾ ਜਿਹਾ ਸਿੱਖ ਇਹਦੇ ਕੋਲੇ ਪਹੁੰਚਿਆ ਤਾਂ ਗੰਗੂ ਸ਼ਾਹ ਕਹਿਣ ਲੱਗਾ, ਕੌਣ ਗੁਰੂ? ਮੈਂ ਕਿਸੇ ਗੁਰੂ ਨੂੰ ਜਾਣਦਾ ਨਹੀਂ ਹੈ। ਹੁਣ ਗੁਰੂ ਤੋਂ ਹੀ ਬੇਮੁਖ ਹੋ ਗਿਆ, ਭੁੱਲ ਚੁੱਕਾ ਹੈ ਗੁਰੂ ਨੂੰ। ਕਹਿਣ ਲੱਗਾ, ਮੇਰੇ ਕੋਲੇ ਕੋਈ ਵਹੀ ਖਾਤਾ ਨਹੀਂ ਹੈ ਗੁਰੂਆਂ ਦਾ ਕੋਈ। ਹੁਣ ਕਿਉਂਕਿ ਪਾਵਨ ਬਾਣੀ ਦੇ ਬਚਨ ਹੈ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੋਨੇ ਬਹੁ ਰੋਲ ਘਚੋਲਾ। ਹੁਣ ਉਹ ਸਿੱਖ ਵਾਪਸ ਆਇਆ ਗੋਇੰਦਵਾਲ ਸਾਹਿਬ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਖਜ਼ਾਨਿਆਂ ਦੇ ਵਿੱਚੋਂ ਕੁਝ ਮਾਇਆ ਦੇ ਕੇ ਉਸ ਬੱਚੀ ਦਾ ਵਿਆਹ ਹੋ ਗਿਆ। ਸਮਾਂ ਲੰਘਦਾ ਗਿਆ। ਹੁਣ ਜਦੋਂ ਉਸ ਗੰਗੂ ਸ਼ਾਹ ਨੇ ਕਹਿ ਦਿੱਤਾ ਕਿ ਮੇਰੇ ਕੋਲ ਕੋਈ ਗੁਰੂ ਦਾ ਖਾਤਾ ਨਹੀਂ ਹੈ, ਤੇ ਗੁਰੂ ਦੀਆਂ ਬਰਕਤਾਂ ਖਤਮ ਹੋਣੀਆਂ ਸ਼ੁਰੂ ਹੋਈਆਂ। ਹੁਣ ਗੁਰੂ ਦਾ ਹੱਥ ਸਿਰ ਤੇ ਨਹੀਂ ਰਿਹਾ, ਕਿਉਂਕਿ ਗੁਰੂ ਦੇ ਨਾਲੋਂ ਆਪ ਤੋਲ ਲਈ, ਕਹਿੰਦਾ ਮੇਰਾ ਗੁਰੂ ਦੇ ਨਾਲ ਕੋਈ ਵਾਸਤਾ ਨਹੀਂ ਹੈ। ਹੁਣ ਜਦੋਂ
ਸਿੱਖ ਕਹਿ ਰਹੇ ਹੈ ਕਿ ਮੇਰਾ ਗੁਰੂ ਦੇ ਨਾਲ ਵਾਸਤਾ ਨਹੀਂ ਹੈ। ਹੁਣ ਗੁਰੂ ਦੇ ਨਾਲ ਵਾਸਤਾ ਤੋੜ ਲਿਆ, ਵਪਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋਇਆ, ਇੰਨਾ ਘਾਟਾ ਪਿਆ, ਇੰਨਾ ਘਾਟਾ ਪਿਆ, ਕਰਜ਼ਾ ਲੈ ਕੇ ਕੰਮ ਸ਼ੁਰੂ ਕਰਨ ਦਾ ਯਤਨ ਕੀਤਾ, ਪਰ ਫਿਰ ਵੀ ਕਰਜ਼ਾਈ ਹੋਇਆ, ਰਾਤੋਂ ਰਾਤ ਭੱਜਿਆ। ਹੁਣ ਜੋ ਰਾਤੋਂ ਰਾਤ ਦਿੱਲੀ ਤੋਂ ਭੱਜਿਆ ਤਾਂ ਉਹੀ ਗੱਲ ਚੇਤੇ ਆਈ ਕਿ ਉਹ ਮਣਾ ਤੂੰ ਤਾਂ ਪਹਿਲਾਂ ਉੱਥੋਂ ਗੜ੍ਹਸ਼ੰਕਰ ਤੋਂ ਵੀ ਕੰਗਾਲ ਹੋ ਕੇ ਭੱਜਿਆ ਸੀ, ਤੇ ਹੁਣ ਮਨ ਵਿੱਚ ਖਿਆਲ ਆਇਆ ਕਿ ਉਸੇ ਸਤਿਗੁਰਾਂ ਦੇ ਕੋਲ ਚੱਲਾਂ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ। ਮੈਂ ਮਾਇਆਤਾਰੀ ਹੋ ਕੇ, ਪੈਸੇ ਦੇ ਵਿੱਚ ਹੋ ਕੇ ਮੈਂ ਗੁਰੂ ਨੂੰ ਭੁੱਲ ਬੈਠਾ। ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਰ ਤੇ ਗੋਇੰਦਵਾਲ ਸਾਹਿਬ ਆਇਆ, ਪਰ ਹੁਣ ਸਤਿਗੁਰਾਂ ਦੇ ਸਾਹਮਣੇ, ਸਤਿਗੁਰਾਂ ਦੇ ਸਨਮੁਖ ਕਿਵੇਂ ਆਵੇ, ਸਤਿਗੁਰਾਂ ਦੇ ਸਾਹਮਣੇ ਕਿਵੇਂ ਆਵੇ, ਨਹੀਂ ਆ ਰਿਹਾ। ਹੁਣ ਜੋੜੇ ਖਾਨੇ ਜਾਂਦਾ, ਜੋੜਿਆਂ ਦੀ ਸੇਵਾ ਕਰਦਾ, ਤਪੜਾਂ ਦੀ ਸੇਵਾ ਕਰਦਾ, ਦਰੀਆਂ ਦੀ ਸੇਵਾ ਕਰਦਾ ਹੈ, ਜੂਠੇ ਭਾਂਡਿਆਂ ਦੀ ਸੇਵਾ ਕਰਦਾ ਹੈ। ਹੁਣ ਪਰ ਮਨ ਹੀ ਮਨ ਅਰਦਾਸ ਕਰਦਾ, ਸਤਿਗੁਰੂ ਪਾਤਸ਼ਾਹ ਮੈਂ ਤੁਹਾਡੇ ਸਾਹਮਣੇ ਨਹੀਂ ਆ ਸਕਦਾ, ਕਿਹੜਾ ਮੂੰਹ ਲੈ ਕੇ ਮੈਂ ਤੁਹਾਡੇ ਸਾਹਮਣੇ ਆਵਾਂ। ਪਰ ਮਨ ਚੋਂ ਮਾਫੀ ਮੰਗ ਰਿਹਾ ਹੈ, ਕਿਉਂਕਿ ਗੁਰੂ ਬਖਸ਼ਿੰਦਾ ਹੈ, ਵਾਹਿਗੁਰੂ ਪ੍ਰਭੂ ਪਰਮਾਤਮਾ ਬਖਸ਼ਿੰਦਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੇਰ ਪਾਵੋ, ਡੁੱਬਦੇ ਪੱਥਰ ਤਾਰੇ, ਕੋਟ ਖਤੇ ਕਿਨ ਬਖਸ਼ਣ ਹਾਰਾ। ਇਹ ਗੁਰੂ ਘਰ ਦੀਆਂ ਇਹ ਰਹਿਮਤਾਂ। ਹੁਣ ਇੱਕ ਦਿਨ ਅਚਾਨਕ ਸਤਿਗੁਰਾਂ ਦੇ ਨਾਲ ਮੇਲ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੰਗੂ ਸ਼ਾਹ ਕੀ ਗੱਲ ਹੈ, ਤੂੰ ਤਾਂ ਦਿੱਲੀ ਸੀ, ਇੱਥੇ ਕਿਵੇਂ ਘੁੰਮ ਰਿਹਾ? ਤਾਂ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਹੁਣ ਮੈਂ ਗੰਗੂ ਨਹੀਂ ਹਾਂ, ਹੁਣ ਮੈਂ ਗੰਗੂ ਸ਼ਾਹ ਨਹੀਂ ਹੈ। ਫਿਰ ਸਤਿਗੁਰੂ ਪਾਤਸ਼ਾਹ ਹੁਣ ਤਾਂ ਇਕੱਲਾ ਗੰਗੂ ਹੀ ਰਹਿ ਗਿਆ। ਫਿਰ ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਓ। ਸਤਿਗੁਰੂ ਪਾਤਸ਼ਾਹ ਦਾ ਦੇਖੋ ਜਿਗਰਾ, ਦੇਖੋ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੰਗੂ ਸ਼ਾਹ ਕੋਈ ਗੱਲ ਨਹੀਂ, ਤੂੰ ਪਹਿਲਾਂ ਵੀ ਕੰਗਾਲ ਹੋਇਆ ਸੀ, ਤੇਰੇ ਤੇ ਕਿਰਪਾ ਹੋਈ, ਅਤੇ ਹੁਣ ਵੀ ਤੂੰ ਸਾਡਾ ਸ਼ਾਹ, ਤੈਨੂੰ ਸ਼ਾਹ ਬਣਾ ਦਿੰਦੇ ਆ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਹੁਣ ਮੈਂ ਸ਼ਾਹ ਨਹੀਂ ਬਣਨਾ। 2 ਵਾਰ ਮੈਂ ਸ਼ਾਹ ਬਣ ਕੇ ਵੇਖ ਲਿਆ, 2 ਵਾਰ ਕੰਗਾਲ ਬਣ ਕੇ ਵੇਖ ਲਿਆ। ਸਤਿਗੁਰੂ ਪਾਤਸ਼ਾਹ ਇਹ ਮਾਇਆ ਵਾਲਾ ਗਰੀਬ ਬਣ ਕੇ ਵੇਖ ਲਿਆ, ਅਮੀਰ ਬਣ ਕੇ ਵੇਖ ਲਿਆ। ਸਤਿਗੁਰੂ ਪਾਤਸ਼ਾਹ ਜੋ ਤੁਹਾਡੇ ਚਰਨਾਂ ਦੇ ਵਿੱਚ ਸੁੱਖ ਹੈ ਉਹ ਹੋਰ ਕਿਤੇ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖੋ। ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੰਗੂ ਸ਼ਾਹ ਨੂੰ ਚਰਨਾਂ ਵਿੱਚ ਰੱਖਿਆ, ਸਿੱਖੀ ਦਾਤ ਦਿੱਤੀ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖੀ ਨੂੰ ਜਥੇਬੰਦਕ ਰੂਪ ਦੇ ਵਿੱਚ ਉਹਨਾਂ ਨੇ ਲੈ ਕੇ ਆਂਦਾ, 22 ਮੰਜੀਆਂ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿਰਜਣਾ ਕੀਤੀ, ਤਾਂ ਉਸ ਗੰਗੂ ਸ਼ਾਹ ਨੂੰ ਮੰਜੀ ਦੀ ਬਖਸ਼ਿਸ਼ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਦਿੱਤੀ ਹੈ। ਸੋ ਮੈਂ ਅਰਜ਼ ਕਰ ਰਿਹਾ ਸਾਂ ਕਿ ਅਸੀਂ ਭੁੱਲ ਬੈਠਦੇ ਹਾਂ ਮਾਇਆ ਦੇ ਵਿੱਚ ਕਿ ਸਾਡੇ ਫਰਜ਼ ਕੀ ਹੈ। ਅਸੀਂ ਹੱਕਾਂ ਦੇ ਪ੍ਰਤੀ ਸੁਚੇਤ, ਪਰ ਫਰਜ਼ਾਂ ਤੋਂ ਅਸੀਂ ਅਵੇਸਲੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਸਾਨੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਤਾਂ ਭੇਜਿਆ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮ ਦਾ ਘਰ ਹੈ, ਪਰ ਅਸੀਂ ਧਰਮ ਦੇ ਘਰ ਵਿੱਚ ਆ ਕੇ ਅਸੀਂ ਭੁੱਲ ਬੈਠਦੇ ਹਾਂ। ਜੇ ਪਾਵਨ ਗੁਰਬਾਣੀ ਸਾਨੂੰ ਸਮਝਾ ਰਹੀ ਹੈ, ਫਰੀਦਾ 4 ਗਵਾਇਆ ਹੰਡਕ ਹੈ, 4 ਗਵਾਇਆ ਸਮ, ਲੇਖਾ ਰੱਬ ਮਗੇਸੀਆ, ਤੂੰ ਆਹੋ ਕਿਹੜੇ ਕੰਮ। ਹੁਣ ਸਾਡਾ ਜੀਵਨ ਮੁੱਕਦਾ ਜਾ ਰਿਹਾ, ਚੱਲਦਾ ਜਾ ਰਿਹਾ, ਪਰ ਸੱਚ ਤੇ ਨਾਮ ਤੋਂ, ਸਿਮਰਨ ਤੋਂ, ਅੱਛੇ ਕੰਮਾਂ ਤੋਂ ਅਸੀਂ ਦੂਰ ਹੁੰਦੇ ਜਾਂਦੇ ਹਾਂ। ਸਾਡਾ ਜੀਵਨ ਪਾਪਾਂ ਦੇ ਨਾਲ ਭਰਦਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਸਾਨੂੰ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਰਬੱਤ ਦੇ ਭਲੇ ਦੀ ਦਾਤ ਦਿੱਤੀ ਹੈ ਕਿ ਅਸੀਂ ਸਰਬੱਤ ਦਾ ਭਲਾ ਕਰਨਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੇ ਪਾਵਨ ਗੁਰਬਾਣੀ 'ਚ ਬਚਨ ਆਉਂਦਾ ਹੈ ਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਹ ਠੀਕ ਹੈ ਕਿ ਪੁਰਾਤਨ ਸਮੇਂ ਤੋਂ ਇਹ ਗੱਲਾਂ ਚੱਲਦੀਆਂ ਆ ਰਹੀਆਂ, ਪੁਰਾਤਨ ਸਮੇਂ ਤੋਂ ਇਹ ਘਟਨਾਵਾਂ ਚੱਲਦੀਆਂ ਆ ਰਹੀਆਂ ਕਿ ਨਿਰਵੈਰਾਂ ਨਾਲ ਵੀ ਵੈਰ ਅਨੇਕਾਂ ਪਾਪੀ ਲੋਕ ਕਰਦੇ ਆ ਰਹੇ ਹੈ, ਪਰ ਉਹਨਾਂ ਦੀਆਂ ਸਜ਼ਾਵਾਂ ਸਮੇਂ ਮੁਤਾਬਕ ਮਿਲਦੀਆਂ ਰਹਿੰਦੀਆਂ ਤੇ ਮਿਲਦੀਆਂ ਰਹਿਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹਾਂ 12 ਅੰਕਾਂ ਦੇ ਵਿੱਚ 12 ਮਹੀਨਿਆਂ ਦੀ ਵਰਤੋਂ ਕਰਕੇ, ਭਾਵ ਕਿ 12 ਉਦਾਹਰਨਾਂ ਦੇ ਕੇ, ਭਾਵੇਂ ਉਹ ਗਰਮੀ ਦਾ ਮਹੀਨਾ ਹੈ, ਭਾਵੇਂ ਸਰਦੀ ਦਾ ਮਹੀਨਾ ਹੈ, ਅਤੇ ਭਾਵੇਂ ਉਹ ਬਰਸਾਤ ਦਾ ਮਹੀਨਾ ਹੈ, ਤੇ ਭਾਵੇਂ ਉਹ ਠੰਡੀ ਮਿੱਠੀ ਰੁੱਤ ਦਾ ਮਹੀਨਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ
ਉਹਨਾਂ ਸਾਰੇ ਮਹੀਨਿਆਂ ਦਾ ਵੇਰਵਾ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਅਖੀਰ ਤੇ ਸਮਝਾ ਦਿੱਤਾ ਕਿ ਇਹ ਭਾਈ ਤੇਰੇ ਜੀਵਨ ਦੇ ਵਿੱਚ ਜੇ ਆਨੰਦ ਬਣਨਾ ਹੈ ਨਾ ਤਾਂ ਆਨੰਦ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਬਣਨਾ ਹੈ। ਜੇ ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ। ਹੁਣ ਮੈਂ ਇੱਕ ਗੱਲ ਹੋਰ ਆਪ ਜੀ ਨਾਲ ਸਾਂਝੀ ਕਰ ਦੇਵਾਂ। ਹੁਣ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਤੇ ਪਾਵਨ ਗੁਰਬਾਣੀ ਦੇ ਵਿੱਚ ਇਸ ਜੀਵਨ ਨੂੰ ਇੱਕ ਰਾਤ ਦੇ ਨਾਲ ਤੁਲਨਾ ਵੀ ਦਿੱਤੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜਾ ਸਾ ਮੁਕਦੀ ਚੱਲੀ ਰਹਿਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੂਰੇ ਜੀਵਨ ਨੂੰ ਰਾਤ ਦੇ ਨਾਲ ਤੁਲਨਾ ਦਿੱਤੀ ਹੈ ਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਲਿਖਣ ਦੇ ਸਮੇਂ ਜੋ ਰਾਗਾਂ ਦੀ ਤਰਤੀਬ ਹੈ ਨਾ, ਸਭ ਤੋਂ ਪਹਿਲਾਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ੍ਰੀ ਰਾਗ ਹੈ ਉਹਦੀ ਵਰਤੋਂ ਕੀਤੀ ਹੈ। ਸ੍ਰੀ ਰਾਗ ਸਭ ਤੋਂ ਪਹਿਲਾਂ ਲੈ ਕੇ ਆਂਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਪਹਿਲਾਂ ਜਪਜੀ ਸਾਹਿਬ ਆਪ ਸਾਰੇ ਜਾਣਦੇ ਹੋ, ਫਿਰ ਰਹਿਰਾਸ ਸਾਹਿਬ ਦੇ 9 ਸ਼ਬਦ, ਫਿਰ 16 ਸਾਹਿਬ ਦੀ ਬਾਣੀ, ਅਤੇ ਫਿਰ ਜਦੋਂ ਰਾਗ ਆਰੰਭ ਹੁੰਦੇ ਹੈ ਤੇ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ ਤੇ ਸਭ ਤੋਂ ਜੋ ਅਖੀਰਲਾ ਰਾਗ ਹੈ ਉਹ ਪ੍ਰਭਾਤੀ ਰਾਗ ਹੈ। ਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ, ਸਾਨੂੰ ਇਹ ਰਾਗ ਦੀ ਤਰਤੀਬ ਦੇ ਵਿੱਚ ਸਮਝਾ ਦਿੱਤਾ ਕਿ ਇਹ ਸਿੱਖਾ ਤੇਰਾ ਜੀਵਨ ਸ੍ਰੀ ਰਾਗ ਤੋਂ ਸ਼ੁਰੂ ਹੋਵੇ ਤਾਂ ਫਿਰ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਏਗੀ, ਚਾਨਣ ਆ ਜਾਏਗਾ। ਕਿਉਂਕਿ ਸ੍ਰੀ ਰਾਗ ਦਾ ਜੋ ਸਮਾਂ ਹੈ ਨਾ, ਸ੍ਰੀ ਰਾਗ ਦਾ, ਉਹ ਰਾਤਰੀ ਦੇ ਆਰੰਭ ਦਾ ਸਮਾਂ। ਸ੍ਰੀ ਰਾਗ ਦਾ ਜੋ ਸਮਾਂ ਹੈ ਉਹ ਸ਼ਾਮ ਦਾ, ਭਾਵ ਕਿ ਜਦੋਂ ਰਾਤ ਨੇ ਆਰੰਭ ਹੋਣਾ ਹੈ, ਰਾਤ ਆਰੰਭ ਹੋ ਰਹੀ ਹੈ, ਸ਼ਾਮ ਪੈ ਰਹੀ ਹੈ ਤੇ ਰਾਤ ਆਰੰਭ ਹੋ ਰਹੀ ਹੈ, ਉਹ ਸ੍ਰੀ ਰਾਗ ਦਾ ਸਮਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੈ ਸਿੱਖਾ ਤੇਰਾ ਜੀਵਨ ਸ੍ਰੀ ਰਾਗ ਤੋਂ ਸ਼ੁਰੂ ਹੋਵੇ ਅਤੇ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਵੇ, ਤੂੰ ਪ੍ਰਭਾਤੀ ਤੱਕ ਆਉਣਾ ਹੈ। ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਪੋਥੀ ਪਰਮੇਸ਼ਰ ਕਾ ਥਾਨ ਇਸ ਪਵਿੱਤਰ ਬਾਣੀ ਨੂੰ ਉਹਦੇ ਚ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਇਹ ਸ਼ਾਮਲ ਕਰਕੇ, 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਅੰਕਿਤ ਕਰਕੇ 9ਵੇਂ ਪਾਤਸ਼ਾਹ ਮਹਾਰਾਜ ਨੇ 14 ਰਾਗਾਂ ਦੇ ਵਿੱਚ ਜੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਸੀ ਉਹ ਉਹਨਾਂ ਰਾਗਾਂ ਦੇ ਵਿੱਚ ਲਿਖ ਦਿੱਤੀ। ਪਰ ਇੱਕ ਰਾਗ ਦੀ ਬਾਣੀ ਜੋ 15 ਰਾਗਾਂ ਵਿੱਚ ਬਾਣੀ ਹੈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਜੈਜਾਵੰਤੀ ਰਾਗ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੈਜਾਵੰਤੀ ਰਾਗ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਤਰਤੀਬ ਨੂੰ ਨਹੀਂ ਛੇੜਿਆ। ਉਹਨਾਂ ਨੇ ਪ੍ਰਭਾਤੀ ਤੋਂ ਅੱਗੇ ਜੈਜਾਵੰਤੀ ਰਾਗ ਦੇ ਦਿੱਤਾ। ਅਤੇ ਜੈਜਾਵੰਤੀ ਰਾਗ ਦਾ ਭਾਵ ਕੀ ਹੈ? ਜੈਜਾਵੰਤੀ ਰਾਗ ਪੁਰਾਣੇ ਸਮਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਜਦੋਂ ਕੋਈ ਰਾਜਾ, ਜਦੋਂ ਕੋਈ ਰਾਜਕੁਮਾਰ ਜਿੱਤ ਕੇ ਆਉਂਦਾ ਸੀ, ਜਿੱਤ ਦੀ ਖੁਸ਼ੀ ਦੇ ਵਿੱਚ, ਫਤਿਹ ਦੀ ਖੁਸ਼ੀ ਦੇ ਵਿੱਚ ਜੈਜਾਵੰਤੀ ਰਾਗ ਗਾਇਆ ਜਾਂਦਾ ਸੀ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਦਰਸਾ ਦਿੱਤਾ ਕਿ ਇਹ ਭਾਈ ਗੁਰਸਿੱਖੋ, ਜੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਹ ਕਹਿ ਰਹੇ ਆ ਨਾ ਕਿ ਤੇਰਾ ਜੀਵਨ ਸ੍ਰੀ ਰਾਗ ਤੋਂ ਆਰੰਭ ਹੋਏ ਤੇ ਤੇਰੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਵੇ, ਤੇਰੇ ਜੀਵਨ ਦੇ ਵਿੱਚ ਚਾਨਣਾ ਆ ਜਾਵੇ, ਤੈਨੂੰ ਕੁਝ ਗਿਆਨ ਹੋ ਜਾਵੇ, ਅਤੇ ਜੇ ਤੇਰੇ ਜੀਵਨ ਦੇ ਵਿੱਚ ਚਾਨਣਾ ਆ ਗਿਆ, ਤੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ, ਤੈਨੂੰ ਗਿਆਨ ਆ ਗਿਆ, ਤਾਂ ਫਿਰ ਕੀ ਹੈ? ਫਿਰ ਤੇਰੇ ਜੀਵਨ ਦੀ ਫਤਿਹ ਹੈ। ਤੇ ਉਹ ਫਤਿਹ ਦਾ ਰਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਜਿੱਤ ਦਾ ਰਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਅਖੀਰ ਤੇ ਬਖਸ਼ਿਸ਼ ਕੀਤਾ ਹੈ। ਸੋ ਉਹੀ ਬਚਨ ਸਤਿਗੁਰੂ ਇੱਥੇ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਇਹ ਭਾਈ ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਅਤੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜਨ ਦੇ ਨਾਲ ਸਾਡੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹੈ। ਜਿੰਨੀ ਦੇਰ ਤੱਕ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਦੂਰ ਰਵਾਂਗੇ, ਜਿੰਨੀ ਦੇਰ ਤੱਕ ਇਹ ਮਨ ਪਵਿੱਤਰ ਨਹੀਂ ਹੁੰਦਾ, ਜਿੰਨੀ ਦੇਰ ਤੱਕ ਇਹ ਆਤਮਾ ਨਿਰਮਲ ਨਹੀਂ ਹੁੰਦੀ, ਭਾਵੇਂ ਸਾਡੇ ਕੋਲੇ ਸੰਸਾਰੀ ਕਿੰਨੀ ਵੀ ਦੌਲਤ ਹੋਵੇ, ਸੰਸਾਰੀ ਪੈਸਾ ਕਿੰਨਾ ਵੀ ਆ ਜਾਵੇ, ਸੰਸਾਰੀ ਸਹੂਲਤਾਂ ਕਿੰਨੀਆਂ ਵੀ ਆ ਜਾਣ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਜੀਵਨ ਦੇ ਵਿੱਚ ਸੁੱਖ ਨਹੀਂ ਹੈ। ਕਿਉਂਕਿ ਸਭ ਸੁੱਖ ਦਾਤਾ ਰਾਮ ਹੈ, ਸਾਰੇ ਸੁੱਖਾਂ ਦਾ ਦਾਤਾ ਉਹ ਮਾਲਕ ਵਾਹਿਗੁਰੂ ਪ੍ਰਭੂ ਪਰਮਾਤਮਾ, ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਪਾਈ ਹੈ, ਸਾਰੇ ਸੁੱਖ ਗੁਰੂ ਦੀ ਸ਼ਰਨ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅਨੇਕਾਂ ਉਦਾਹਰਨਾਂ ਦੇ ਕੇ ਜਿੱਥੇ ਸਾਨੂੰ 12 ਮਾਹ ਦੇ ਵਿੱਚ ਸਮਝਾਇਆ ਹੈ, ਉੱਥੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ। 12 ਮਾਹ 12 ਮਹੀਨੇ ਹੈ ਅਤੇ 12 ਮਹੀਨਿਆਂ ਦਾ ਇੱਕ ਇੱਕ ਅੰਗ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ
ਚੇਤ ਦਾ ਮਹੀਨਾ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਇੱਕ ਅੰਗ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ ਹੈ ਅਤੇ ਉਹ ਦੱਸਣ ਵਾਸਤੇ ਕਿ ਸਾਡਾ ਜੀਵਨ ਮਨੋਰਥ ਕੀ ਹੈ। ਅਸੀਂ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ 12 ਉਦਾਹਰਨਾਂ ਦੇ ਕੇ ਸਾਨੂੰ ਸਮਝਾ ਦਿੱਤਾ ਕਿ ਇਹ ਭਾਈ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਏਗੀ, ਤੁਹਾਡਾ ਜੀਵਨ ਬਦਲ ਜਾਏਗਾ, ਤੁਹਾਡਾ ਜੀਵਨ ਚੰਗੇਰਾ ਹੋ ਜਾਏਗਾ, ਤੁਹਾਡਾ ਜੀਵਨ ਸੁਹੇਲਾ ਹੋ ਜਾਏਗਾ। ਅਤੇ ਜਦੋਂ ਜੀਵਨ ਸੁਹੇਲਾ ਹੋ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ 14ਵੇਂ ਅੰਕ ਦੇ ਵਿੱਚ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਫਿਰ ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਬਚਨ ਮੰਨੇ ਹੈ ਅਤੇ 12 ਮਹੀਨਿਆਂ ਦੇ ਵਿੱਚੋਂ 12 ਗੁਣਾਂ ਨੂੰ ਉਹਨੇ ਗ੍ਰਹਿਣ ਕਰ ਲਿਆ ਹੈ ਅਤੇ ਉਹ ਤੱਤ ਵਾਲੀ ਗੱਲ ਉਹਨੇ ਪਕੜ ਲਈ ਹੈ। ਤੱਤ ਵਾਲੀ ਗੱਲ ਕੀ ਹੈ? ਨਾਮ। ਤੇ ਨਾਮ ਵਾਲੀ ਗੱਲ ਜਦੋਂ ਸਿੱਖ ਨੇ, ਸੇਵਕ ਨੇ, ਜਿਗਿਆਸੂ ਨੇ ਪਕੜ ਲਈ ਹੈ, ਉਹਨੇ ਆਪਣੇ ਜੀਵਨ ਦੇ ਵਿੱਚ ਨਾਮ ਧਿਆਉਣਾ ਆਰੰਭ ਕਰ ਦਿੱਤਾ ਹੈ। ਹੁਣ ਨਾਮ ਧਿਆਉਣਾ, ਨਾਮ ਆਰਾਧਨਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਸਿਫਤੋ ਸਲਾਹ ਕਰਨੀ, ਗਾਉਣਾ, ਅਨੇਕਾਂ ਸ਼ਬਦ ਹੈ ਜੋ ਪ੍ਰੈਵਾਚੀ ਹੈ। ਸੇਵਨਾ, ਆਰਾਧਨਾ, ਗਾਉਣਾ, ਧਿਆਉਣਾ, ਇਹ ਅਨੇਕਾਂ, ਇਹ ਸਾਰੇ ਪ੍ਰਾਇਵਾਚੀ ਸ਼ਬਦ ਹੈ। ਉਪਾਸਨਾ, ਇਹ ਅਨੇਕਾਂ ਤਰ੍ਹਾਂ ਦੇ ਜੋ ਪ੍ਰਾਇਵਾਚੀ ਸ਼ਬਦ ਹੈ, ਪਰ ਮੁੱਖ ਗੱਲ, ਮੁੱਖ ਭਾਵ ਇੱਕੋ ਆਏਗਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਦੀ ਗੱਲ। ਸੋ ਸਤਿਗੁਰੂ ਜੀ ਰਹਿਮਤ ਕਰਦੇ ਆ ਕਿ ਇਹ ਭਾਈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਧਾਰਨ ਕਰ ਲਿਆ, ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਰਜ ਸਰੇ। ਹੇ ਭਾਈ ਉਹਨਾਂ ਦੇ ਕਾਰਜ ਰਾਸ ਹੋ ਗਏ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਕਮਾਇਆ ਹੈ, ਨਾਮ ਨੂੰ ਧਿਆਇਆ ਹੈ, ਨਾਮ ਨੂੰ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ ਹੈ। ਅਤੇ ਫਿਰ ਜਿਨ੍ਹਾਂ ਨੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਉਹਨਾਂ ਦਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ। ਕਿਉਂਕਿ ਗੁਰੂ ਰਹਿਮਤ ਕਰਦਾ ਹੈ, ਦੋਵੇਂ ਥਾਮ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਪੂਰੇ ਗੁਰੂ ਦੇ ਰਾਹੀਂ ਆਰਾਧ ਲਿਆ, ਉਹ ਦਰਗਾਹ ਦੇ ਵਿੱਚ ਖਰੇ ਹੈ, ਉਹ ਦਰਗਾਹ ਦੇ ਵਿੱਚ ਸੱਚੇ ਹੈ। ਕਿਉਂਕਿ ਦਰਗਾਹ ਦੇ ਵਿੱਚ ਜੋ ਲੇਖਾ ਦੇਣਾ ਹੈ ਨਾ, ਉਹ ਕਿਵੇਂ ਦਿੱਤਾ ਜਾਂਦਾ ਹੈ? ਸੱਚੇ ਮਨ ਦੇ ਨਾਲ, ਜਾਂ ਕਿ ਦਿਲ ਸਾਬਤ ਨਹੀਂ। ਹੁਣ ਜੇ ਦਿਲ ਹੀ ਸਾਬਤ ਨਹੀਂ ਹੈ, ਉਹ ਲੇਖਾ ਕਿਵੇਂ ਦੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹੈ। ਤੇ ਅੱਗੇ ਸਤਿਗੁਰੂ ਜੀ ਰਹਿਮਤ ਕਰਦੇ ਆ, ਸਰਬ ਸੁਖਾਨ ਦੇ ਚਰਨ ਹਰ ਭਵ ਜਲ ਬਿਖਮ ਤਰੇ। ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਇੰਨਾ ਬੇਅੰਤ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਇਹ ਜੋ ਸੰਸਾਰ ਸਾਗਰ ਹੈ ਨਾ, ਇਹ ਬਿਖਮ ਭਉਜਲ ਹੈ, ਇਸ ਤੋਂ ਪਾਰ ਉਤਾਰਾ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਹੋ ਸਕਦਾ ਹੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਹੁਣ ਚਰਨ ਕੀ ਹੈ? ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨ ਨਾਮ, ਗੁਰੂ ਦੇ ਚਰਨ ਸ਼ਬਦ ਵਿੱਚ ਆਉਂਦੇ ਹੈ। ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਭਾਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਹੇ ਭਾਈ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਜੋ ਨਾਮ ਦਾ ਜੋ ਖਜ਼ਾਨਾ ਹੈ ਨਾ, ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ, ਉਹ ਜੀਵਨ ਤੋਂ, ਉਹ ਨਾਮ ਜਪ ਕੇ ਹੀ ਜੀਵਨ ਤੋਂ ਪਾਰ ਉਤਾਰਾ ਹੋ ਸਕਦਾ ਹੈ। ਪ੍ਰੇਮ ਭਗਤਨ ਪਾਈਆ ਵਿਖਿਆ ਨਾਹੇ ਜਰੇ। ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਆਪਣੇ ਮਨ ਵਿੱਚ ਵਸਾ ਲਈ ਹੈ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ। ਕਿਉਂਕਿ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਬਹੁਤ ਵਾਰੀ ਪ੍ਰੇਮੀ ਗੁਰਸਿੱਖ ਬੜਾ ਵੱਡਾ ਨੇਮ ਕਰ ਲੈਂਦੇ ਹੈ, ਪਰ ਉਹ ਨੇਮ ਨੂੰ ਪੁਗਾਉਣ ਲੱਗਿਆਂ ਉਹਨਾਂ ਨੂੰ ਬੋਝ ਲੱਗਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਹੇ ਭਾਈ ਨਹੀਂ, ਪ੍ਰੇਮਾ ਭਗਤੀ ਦੇ ਨਾਲ, ਜਿੰਨੇ ਸ਼ਾਂਤ ਮਨ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਜਾਵੇ, ਜਿੰਨੇ ਸਹਿਜ ਦੇ ਨਾਲ ਬਾਣੀ ਪੜ੍ਹੀ ਜਾਵੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ ਕਿ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਇਹ ਮਾਇਆ ਵਾਲੀ ਜੋ ਜ਼ਹਿਰ ਹੈ ਉਹ ਨਹੀਂ ਰਹਿੰਦੀ, ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਝੂਠ ਚਲਾ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚੋਂ
ਦੁਬਿਧਾਪਣ ਚਲੀ ਜਾਂਦੀ ਹੈ ਤੇ ਉਹਨਾਂ ਦਾ ਜੀਵਨ ਸੱਚ ਦੇ ਨਾਲ ਭਰ ਜਾਂਦਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਕੂੜ ਚਲਾ ਜਾਂਦਾ ਹੈ, ਦੁਬਿਧਾ ਚਲੀ ਜਾਂਦੀ ਹੈ, ਸਿਰਫ ਸੱਚ ਹੀ ਸੱਚ ਜੀਵਨ ਦੇ ਵਿੱਚ ਰਹਿ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ। ਇਹੋ ਜਿਹੇ ਜੀਵਨ ਵਾਲੇ ਫਿਰ ਇੱਕੋ ਨਾਮ ਤੋਂ ਬਿਨਾਂ ਉਹਨਾਂ ਨੂੰ ਕੋਈ ਲਾਲਸਾ ਨਹੀਂ ਹੈ। ਕਾਂਖੀ ਏਕ ਹੈ ਦਰਸ ਤੁਹਾਰੋ, ਇਹੋ ਇੱਕੋ ਲਾਲਸਾ ਉਹਨਾਂ ਦੇ ਮਨ ਵਿੱਚ ਰਹਿੰਦੀ ਹੈ। ਮਹਾਨ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿਹੇ ਭਾਈ ਕੋਈ ਦਿਨ ਚੰਗਾ ਨਹੀਂ ਹੈ, ਕੋਈ ਦਿਨ ਆਪਣੇ ਆਪ 'ਚ ਮਾੜਾ ਨਹੀਂ ਹੈ। ਉਹ ਦਿਨ ਚੰਗਾ ਹੈ ਜਦੋਂ ਅਸੀਂ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਯਾਦ ਕਰੀਏ। ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸੁਣਿਓ, ਜਾਂ ਜਿਸ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਦੋਂ ਮਾਲਕ ਨੂੰ ਵਿਸਾਰ ਦੇਈਏ ਉਹ ਦਿਨ ਚੰਗਾ ਨਹੀਂ ਹੈ, ਉਹ ਰੁੱਤ ਚੰਗੀ ਨਹੀਂ ਹੈ। ਜਦੋਂ ਮਾਲਕ ਨੂੰ ਯਾਦ ਕਰਦੇ ਹੈ ਉਹ ਰੁੱਤ ਵੀ ਚੰਗੀ ਹੈ, ਉਹ ਦਿਨ ਵੀ ਚੰਗਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਭਾਈ ਇਹ ਚੰਗੇ ਮਾੜੇ ਦਿਨਾਂ ਦੇ ਵਿਚਾਰ ਵਿੱਚ ਨਹੀਂ ਪੈਣਾ। ਸਾਰੇ ਦਿਨ ਉਸ ਮਾਲਕ ਨੇ ਬਣਾਏ ਹੈ ਅਤੇ ਉਹ ਮਾਲਕ ਜਦੋਂ ਕਿਰਪਾ ਕਰਦਾ ਹੈ ਉਹ ਸਮਾਂ ਚੰਗਾ ਹੈ। ਜਿਹੜੇ ਸਮੇਂ ਤੇ ਮਾਲਕ ਦੀ ਕਿਰਪਾ ਹੋ ਜਾਵੇ, ਜਿਹੜੇ ਸਮੇਂ ਤੇ ਗੁਰੂ ਦੀ ਕਿਰਪਾ ਹੋ ਜਾਵੇ, ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਉਹ ਸਮਾਂ ਚੰਗਾ ਹੈ। ਤੇ ਅਖੀਰ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੰਜਵੇਂ ਸਰੂਪ ਦੇ ਵਿੱਚ ਬਚਨ ਕਰ ਰਹੇ ਹੈ ਕਿ ਹੇ ਭਾਈ, ਹੇ ਵਾਹਿਗੁਰੂ ਪ੍ਰਭੂ ਪਰਮਾਤਮਾ ਕਿਰਪਾ ਕਰੋ, ਆਪਣੇ ਨਾਮ ਦਾਨ ਦੀ ਦਾਤ ਬਖਸ਼ੋ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿ ਹੇ ਵਾਹਿਗੁਰੂ, ਹੇ ਪ੍ਰਭੂ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਦੇਵੋ। ਜੇ ਬਚਨ ਹੁੰਦਾ ਨਾ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਨਾਲ ਮਿਲ ਕੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਸਮਝ ਆ ਜਾਵੇ, ਅਸੀਂ ਵੀ ਬਾਣੀ ਦਾ ਸਤਿਕਾਰ ਕਰੀਏ ਅਤੇ ਯਤਨ ਕਰੀਏ ਸਿੱਖ ਬਣਨ ਦਾ, ਕਿ ਅਸੀਂ ਆਪਣੇ ਫਰਜ਼ ਨੂੰ ਨਿਭਾਉਣ ਦਾ ਯਤਨ ਕਰੀਏ। ਕਿ ਸਾਡਾ ਫਰਜ਼ ਕੀ ਹੈ? ਜੇ ਅਸੀਂ ਸਿੱਖ ਹਾਂ ਤਾਂ ਬਾਣੀ ਨੂੰ ਸੰਭਾਲਣਾ, ਬਾਣੀ ਦਾ ਸਤਿਕਾਰ ਕਰਨਾ, ਬਾਣੀ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ, ਸਾਡਾ ਫਰਜ਼ ਹੈ। ਅਤੇ ਜੇ ਅਸੀਂ ਅਵੇਸਲਾਪਣ ਕਰਾਂਗੇ ਤਾਂ ਫਿਰ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਕਿਵੇਂ ਆਉਣਗੀਆਂ? ਹਰ ਮਨੁੱਖ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਅਤੇ ਹਰ ਮਨੁੱਖ ਨੂੰ ਆਪੋ ਆਪਣੇ ਅਧਿਕਾਰ ਖੇਤਰ ਮੁਤਾਬਕ ਆਪਣੇ ਫਰਜ਼ ਦੀ ਪਹਿਚਾਣ ਜ਼ਰੂਰੀ ਹੈ। ਅਸਲ 'ਚ ਧਰਮ ਦਾ ਵੀ ਅਰਥ ਇਹੋ ਹੈ। ਮੈਂ 1 ਮਿੰਟ ਵੱਧ ਲੈ ਗਿਆ। ਧਰਮ ਦਾ ਵੀ ਭਾਵ ਇਹੀ ਹੈ। ਇੱਕ ਧਰਮ ਦਾ ਅਰਥ ਹੈ ਜਪ ਤਪ ਕਰਨਾ, ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਤੇ ਦੂਜਾ ਧਰਮ ਦਾ ਅਰਥ ਕੀ ਹੈ? ਫਰਜ਼। ਸੋ ਅਸੀਂ ਆਪਣੇ ਫਰਜ਼ ਤੋਂ ਅਵੇਸਲੇ ਨਹੀਂ ਹੋਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਿਰਪਾ ਕਰਨ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਦਾਤਾ ਬਖਸ਼ਣ ਜੋ